अस्सलाम वालेकुम। ਤੁਸੀਂ ਵੇਖ ਰਹੇ ਹੋ ਪੋਲੀਟੀਕਲ ਟੀਵੀ। ਮੈਂ ਹਾਂ ਪ੍ਰੋਫੈਸਰ ਅਮੀਰ ਹਮਜ਼ਾ ਵਿਰਕ। ਅੱਜ ਅਸੀਂ ਇਹ ਪ੍ਰੋਗਰਾਮ ਇਸ ਵਾਸਤੇ ਪੰਜਾਬੀ 'ਚ ਕਰ ਰਹੇ ਹਾਂ ਕਿ ਸਾਡੇ ਗਵਾਂਢ ਚੜ੍ਹਦੇ ਪੰਜਾਬ ਦੇ ਵਿੱਚ ਜਿਹੜੀ ਕਿਸਾਨਾਂ ਦੀ ਲਹਿਰ ਉੱਠੀ ਹੋਈ ਹੈ ਉਹਦੇ 'ਤੇ ਗੱਲਬਾਤ ਕਰਨ ਦਾ ਅੱਜ ਅਸੀਂ ਵੇਰਵਾ ਕੀਤਾ ਹੈ ਔਰ ਉਹਦੇ ਵਾਸਤੇ ਜ਼ਰੂਰੀ ਹੈ ਕਿ ਪੰਜਾਬੀਆਂ ਦੀ ਇਸ ਲਹਿਰ ਨੂੰ ਪੰਜਾਬੀ ਜ਼ਬਾਨ 'ਚ ਹੀ ਬਿਆਨ ਕੀਤਾ ਜਾਵੇ ਔਰ ਕਿਸਾਨਾਂ ਦੇ ਮੁਤਾਲਬੇ ਔਰ ਮੋਦੀ ਹਕੂਮਤ ਦੇ ਦਰਮਿਆਨ ਜਿਹੜਾ ਇੱਕ ਬਹੁਤ ਬੜਾ ਟਕਰਾਓ ਸਾਹਮਣੇ ਆਇਆ ਹੈ ਉਹਦੇ 'ਤੇ ਅਸੀਂ ਆਪਣੀ ਮਾਂ ਬੋਲੀ 'ਚ ਗੱਲ ਕਰੀਏ। ਜਿਸ ਤਰ੍ਹਾਂ ਤੁਸੀਂ ਖਬਰਾਂ 'ਚ ਸੁਣਿਆ ਕਿ ਚੜ੍ਹਦੇ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਘੇਰ ਲਈ ਹੈ ਔਰ ਹਜ਼ਾਰਾਂ ਕਿਸਾਨਾਂ ਚੌਂ ਤਰਫੋਂ ਦਿੱਲੀ ਨੂੰ ਜਿੰਨੇ ਰਸਤੇ ਆਉਂਦੇ ਨੇ ਪੰਜਾਬ ਤੋਂ, ਹਰਿਆਣਾ ਤੋਂ, ਮੱਧ ਪ੍ਰਦੇਸ਼ ਤੋਂ, ਆਂਧਰਾ ਪ੍ਰਦੇਸ਼ ਤੋਂ, ਜਿਤਨੇ ਵੀ ਰਸਤੇ ਆਉਂਦੇ ਨੇ ਸਭ 'ਤੇ ਕਿਸਾਨਾਂ ਦਾ ਕਬਜ਼ਾ ਹੈ, ਕਿਸਾਨਾਂ ਦਾ ਕੰਟਰੋਲ ਹੈ ਔਰ ਹਜ਼ਾਰਾਂ ਕਿਸਾਨ, ਔਰਤਾਂ, ਮਰਦ, ਜਵਾਨ ਉੱਥੇ ਧਰਨਾ ਦੇ ਕੇ ਬੈਠੇ ਹੋਏ ਆ। ਔਰ ਇਹ ਦਿੱਲੀ ਦਾ ਜਿਹੜਾ ਘੇਰਾ ਹੈ ਇਹਦੇ ਤੋਂ ਮੈਨੂੰ ਮੀਆਂ ਸਲੀਮ ਜਹਾਂਗੀਰ ਦਾ ਇੱਕ ਬੜਾ ਸ਼ਾਨਦਾਰ ਬੰਦ ਯਾਦ ਆ ਰਿਹਾ ਹੈ। ਉਹ ਕਹਿੰਦੇ ਨੇ ਕਿ ਜਿੰਨਾ ਜਮ ਸਿਰ ਕਦੇ ਨਾ ਘਰੋਂ ਖਾਧਾ, ਰਾਜ ਮੱਲ ਲਿਆ ਉਹਨਾਂ ਮੁਲਵਾਣਿਆਂ ਨੇ, ਕੰਡੇ ਬੀਜ ਦਿੱਤੇ ਵਿੱਚ ਮਜਲਸਾਂ ਦੇ, ਤਰਿੰਜਣ ਪੱਟ ਛੱਡੇ ਮੰਗ ਖਾਣਿਆਂ ਨੇ, ਬਾਜ ਦੁੱਲੇ ਦੇ ਠੱਲਾ ਹੁਣ ਕੌਣ ਪਾਵੇ, ਪਿੰਡੀ ਘੇਰ ਲਈ ਫਿਰ ਮੁਗਲਾਣਿਆਂ ਨੇ। ਤੇ ਅੱਜ ਪਿੰਡੀ ਜਿਹੜੀ ਹੈ ਉਹ ਮੁਗਲਾਣਿਆਂ ਨੇ ਨਹੀਂ ਘੇਰੀ, ਅੱਜ ਪਿੰਡੀ ਚੜ੍ਹਦੇ ਪੰਜਾਬ ਦੇ ਬਹਾਦਰ ਕਿਸਾਨਾਂ ਨੇ ਘੇਰੀ ਹੈ। ਔਰ ਮੋਦੀ ਸਰਕਾਰ ਜਿਹੜੀ ਹੈ ਕਿ ਇੱਕ ਬੜੀ ਹੀ ਮੁਤਨਾਜ਼ਾ ਹਕੂਮਤ ਹੈ, ਆਪਣੇ ਸਾਰੇ ਅਮਲਾਂ ਦੇ ਹਵਾਲੇ ਨਾਲ, ਆਪਣੀ ਮੁਆਸ਼ੀ, ਸਿਆਸੀ ਔਰ ਸਮਾਜੀ ਪਾਲਿਸੀਆਂ ਦੇ ਹਵਾਲੇ ਨਾਲ, ਜਿਸ ਤਰ੍ਹਾਂ ਹਿੰਦਵਾਤਾ ਦਾ ਉਹ ਝੰਡਾ ਲੈ ਕੇ ਤੇ ਤਮਾਮ ਹਿੰਦੁਸਤਾਨ ਦੇ ਵਿੱਚ ਮੁਸਲਮਾਨਾਂ, ਸਿੱਖਾਂ, ਈਸਾਈਆਂ ਦੇ ਖਿਲਾਫ ਇੱਕ ਬੜੀ ਯਲਗਾਰ ਕੀਤੀ ਹੋਈ ਹੈ ਮੋਦੀ ਸਰਕਾਰ ਨੇ। ਕੁਛ ਉਹਦਾ ਵੀ ਰੱਦ ਅਮਲ ਸੀ, ਲੇਕਿਨ ਇਹ ਜਿਹੜਾ ਰੱਦ ਅਮਲ ਹੋਇਆ ਕਿਸਾਨਾਂ ਦਾ, ਇਹ ਜਿਹੜੀ ਭਾਰਤੀ ਪਾਰਲੀਮੈਂਟ ਨੇ ਕਿਸਾਨਾਂ ਦੇ ਬਾਰੇ ਨਵੇਂ ਕਾਨੂੰਨ ਪਾਸ ਕੀਤੇ ਹੈ ਔਰ ਬੈਠੇ ਬਿਠਾਏ ਪੰਜਾਬ ਔਰ ਹਰਿਆਣਾ ਦੇ ਕਿਸਾਨ, ਬੇਸਿਕਲੀ ਤੇ ਪੰਜਾਬ ਇੱਕ ਹੀ ਹੈ ਨਾ। ਇਹ ਹਿੰਦੁਸਤਾਨ ਨੇ 3 ਸੂਬਿਆਂ 'ਚ ਪੰਜਾਬ ਨੂੰ ਵੰਡਿਆ 47 ਤੋਂ ਬਾਅਦ, ਜਿਹਦੇ ਵਿੱਚ ਅਰੁਣਾਚਲ ਪ੍ਰਦੇਸ਼ ਤੇ ਮਸ਼ਰਕੀ ਪੰਜਾਬ ਤੇ ਹਰਿਆਣਾ ਬੁਨਿਆਦੀ ਤੌਰ 'ਤੇ ਪੰਜਾਬ ਸੀ। ਪਾਰਟੀਸ਼ਨ ਤੋਂ ਪਹਿਲੇ ਸਾਡਾ ਪੰਜਾਬ, ਵੈਸਟਰਨ ਪੰਜਾਬ ਤੇ ਮਸ਼ਰਕੀ ਪੰਜਾਬ ਇੱਕੋ ਪੰਜਾਬ ਸੀ। ਕਿਸਾਨ ਜਿਹੜਾ ਹੈ ਚੜ੍ਹਦੇ ਪੰਜਾਬ ਦਾ ਸਾਰੇ ਹਿੰਦੁਸਤਾਨ ਨੂੰ ਦਾਣਾ ਪਾਣੀ ਫਰਾਹਮ ਕਰਦਾ, ਗੰਨਾ ਫਰਾਹਮ ਕਰਦਾ, ਅਨਾਜ ਫਰਾਹਮ ਕਰਦਾ, ਆਟਾ ਫਰਾਹਮ ਕਰਦਾ। ਔਰ ਪੰਜਾਬ ਜਿਹੜਾ ਹੈ ਇਹਦੀ ਇੱਕ ਆਪਣੀ ਕਿਸਾਨਾਂ ਦੇ ਹਵਾਲੇ ਨਾਲ ਤਾਰੀਖ ਹੈ ਔਰ ਅੰਗਰੇਜ਼ਾਂ ਦੀ ਹਕੂਮਤ ਦੇ ਖਿਲਾਫ ਜਿਤਨੀ ਜੱਦੋ ਜਹਿਦ ਪੰਜਾਬ ਦੇ ਕਿਸਾਨਾਂ ਨੇ ਕੀਤੀ ਉਹਦੀ ਤਾਰੀਖ 'ਚ ਕੋਈ ਮਿਸਾਲ ਨਹੀਂ ਮਿਲਦੀ। ਔਰ ਬਕੌਲ ਸ਼ਖਸ ਵੀ ਮੁਸਲਿਮ ਲੀਗ ਵਾਲਿਆਂ ਦਾ ਤਾਂ ਕਦੇ ਟ੍ਰੈਫਿਕ ਚਲਾਨ ਵੀ ਨਹੀਂ ਸੀ ਹੋਇਆ ਔਰ ਕਾਂਗਰਸ ਕਦੀ ਅੰਗਰੇਜ਼ਾਂ ਦੇ ਨਾਲ ਮਿਲ ਜਾਂਦੀ ਸੀ, ਕਦੀ ਬਾਹਰ ਆ ਜਾਂਦੀ ਸੀ, ਮੁੜ ਮਿਲ ਜਾਂਦੀ ਸੀ, ਮੁੜ ਬਾਹਰ ਆ ਜਾਂਦੀ ਸੀ। ਤੇ ਇਹ ਪੰਜਾਬ ਦੇ ਵਿੱਚ ਜਿਹੜੀਆਂ ਉਸ ਵਕਤ ਵੀ ਪੰਜਾਬੀਆਂ ਦੀਆਂ ਤਨਜ਼ੀਮਾਂ ਸਨ, ਕਿਰਤੀ ਕਿਸਾਨ ਪਾਰਟੀ ਤੇ ਆਲ ਇੰਡੀਆ ਕਿਸਾਨ ਸਭਾ ਔਰ ਗਦਰ ਪਾਰਟੀ, ਇਹ ਉਹ ਬੱਬਰ ਸ਼ੇਰ ਸਨ ਪੰਜਾਬ ਦੇ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਬੜੀ ਹੀ ਲਾਜ਼ਵਾਲ ਜਦੋਜਹਿਦ ਕੀਤੀ, ਫਾਂਸੀਆਂ ਲਈਆਂ ਔਰ ਜੇਲਾਂ ਕੱਟੀਆਂ ਔਰ ਹਜ਼ਾਰਾਂ ਦੇ ਹਿਸਾਬ 'ਚ ਲੋਕ ਫਾਂਸੀ ਚੜ੍ਹੇ ਆਪਣੇ ਵਤਨ ਦੀ ਆਜ਼ਾਦੀ ਦੀ ਖਾਤਰ। ਤੇ ਉਹ ਰਵਾਇਤ ਜਿਹੜੀ ਹੈ ਜ਼ੁਲਮ ਦੇ ਖਿਲਾਫ ਤੇ ਨਾਇਨਸਾਫੀ ਦੇ ਖਿਲਾਫ ਉਹ ਚੜ੍ਹਦੇ ਪੰਜਾਬ 'ਚ ਅਜੇ ਮੌਜੂਦ ਹੈ। ਤੇ ਇਸ ਤੋਂ ਪਹਿਲਾਂ ਕਿ ਅਸੀਂ ਗੱਲਬਾਤ ਨੂੰ ਅੱਗੇ ਵਧਾਈਏ, ਇਹ ਜਿਹੜਾ ਇhtਜਾਜ ਹੋ ਰਿਹਾ ਆ ਦਿੱਲੀ ਦੇ ਵਿੱਚ, ਇਹਦਾ ਜ਼ਰਾ ਜੋਸ਼ ਜਜ਼ਬਾ ਤੇ ਇਹਦੇ ਨਾਰੇ ਜਿਹੜੇ ਹਨ ਉਹ ਸੁਣੋ ਜ਼ਰਾ।
ਤੁਸੀਂ ਸੁਣਿਆ ਕਿ ਇਹਦੇ 'ਚ ਇਨਕਲਾਬ ਦੇ ਵੀ ਨਾਰੇ ਵੱਜ ਰਹੇ ਨੂੰ, ਔਰ ਕਿਸਾਨ ਇਤਿਹਾਦ ਦੇ ਨਾਰੇ ਲੱਗ ਰਹੇ ਨੂੰ, ਔਰ ਸਾਰੇ ਕਾਨੂੰਨ ਰੱਦ ਕਰੋ ਦੇ ਨਾਰੇ ਲੱਗ ਰਹੇ ਨੂੰ, ਔਰ ਹਜ਼ਾਰਾਂ ਕਿਸਾਨ ਔਰ ਕਿਸਾਨਾਂ ਦੇ ਬੱਚੇ ਜਿਹੜੇ ਤਾਲਬ ਇਲਮ ਨੂੰ ਉਹ ਵੀ ਇਸ ਧਰਨੇ ਦੇ ਵਿੱਚ ਮੌਜੂਦ ਨੂੰ। ਅਤੇ ਇਹ ਦੇਖੋ, ਇਹ ਜਿਹੜਾ ਚੜ੍ਹਦਾ ਪੰਜਾਬ ਅਤੇ ਹਰਿਆਣਾ ਹੈ, ਇਹਦੇ 'ਚ ਆਲ ਇੰਡੀਆ ਕਿਸਾਨ ਸਭਾ ਸਮੇਤ 32 ਜਿਹੜੀਆਂ ਹਨ ਉਹ ਕਿਸਾਨ ਤਨਜ਼ੀਮਾਂ ਹਿੱਸਾ ਲੈ ਰਹੀਆਂ ਨੂੰ। ਔਰ ਹੁਣ ਤਾਂ ਤਮਾਮ ਅਪੋਜੀਸ਼ਨ ਪਾਰਟੀਆਂ ਨੇ, ਔਰ ਤਮਾਮ ਹਿਊਮਨ ਰਾਈਟਸ ਤਨਜ਼ੀਮਾਂ ਨੇ, ਔਰ ਜਿਹੜੀਆਂ ਆਮ ਆਦਮੀ ਪਾਰਟੀ ਔਰ ਇਸ ਤਰ੍ਹਾਂ ਦੀਆਂ ਜਿਤਨੀਆਂ ਵੀ ਕਮਿਊਨਿਸਟ ਪਾਰਟੀਆਂ ਔਰ ਦੂਸਰੀਆਂ ਜਮਾਤਾਂ ਨੂੰ, ਉਹਨਾਂ ਨੇ ਕਿਸਾਨਾਂ ਦੀ ਇਸ ਹਮਾਇਤ ਦਾ ਐਲਾਨ ਕਰਤਾ ਹੈ। ਔਰ ਅਮਨ ਸਾਰਾ ਹਿੰਦੁਸਤਾਨ ਬੰਦ ਹੈ ਇਸ ਵਕਤ। ਸੜਕਾਂ ਔਰ ਰੇਲ ਔਰ ਤਮਾਮ ਜਿਹੜੇ ਜ਼ਰਾਏ ਆਮਦਰਫਤ ਨੂੰ ਉਹਨਾਂ ਦੇ ਕਿਸਾਨਾਂ ਦੇ ਧਰਨੇ ਜਾਰੀ ਆ। ਬੁਨਿਆਦੀ ਗੱਲ ਇਹ ਹੈ ਕਿ ਜਿਹੜਾ ਹਿੰਦੁਸਤਾਨ ਦੀ ਪਾਰਲੀਮੈਂਟ ਨੇ ਜਿਹੜਾ ਇਹ 3 ਕਾਲੇ ਕਾਨੂੰਨ ਪਾਸ ਕੀਤੇ, ਜਿਨ੍ਹਾਂ ਨੂੰ ਕਿਸਾਨ ਕਹਿੰਦੇ ਆ ਕਿ ਵੀ ਕਾਲੇ ਕਾਨੂੰਨ ਨੂੰ, ਉਹ ਬੁਨਿਆਦੀ ਤੌਰ 'ਤੇ ਹਨ ਕੀ? ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਜਿਤਨੀ ਵੀ ਜ਼ਰੀ ਖਰੀਦੋ ਫਰੋਖਤ ਹੈ ਉਹ ਜ਼ਰੀ ਮੰਡੀਆਂ ਦੇ ਜ਼ਰੀਏ ਹੁੰਦੀ ਹੈ। ਇਸੇ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਵੀ ਇਹ ਜਿਹੜਾ ਸਿਸਟਮ ਜਿਹੜਾ ਅੰਗਰੇਜ਼ਾਂ ਨੇ ਦੇ ਜ਼ਮਾਨੇ ਤੋਂ ਚੱਲਿਆ ਆ ਰਿਹਾ ਹੈ, ਉਹ ਉਸੇ ਤਰ੍ਹਾਂ ਕਾਇਮ ਦਾਇਮ ਹੈ। ਔਰ ਕਿਸਾਨ ਆਪਣੀਆਂ ਜਿਹੜੀਆਂ ਹਨ ਉਹ ਫਸਲਾਂ ਮੰਡੀ 'ਚ ਜਾ ਕੇ ਫਰੋਖਤ ਕਰਦੇ ਆ। ਔਰ ਅਗਰ ਮੰਡੀ ਦੇ ਵਿੱਚ ਇੱਕ ਮੰਡੀ 'ਚ ਭਾਅ ਚੰਗਾ ਨਹੀਂ ਹੈਗਾ ਤਾਂ ਦੂਜੀ ਮੰਡੀ 'ਚ ਲੈ ਜਾਂਦੇ ਆ, ਦੂਜੀ ਮੰਡੀ 'ਚ ਨਹੀਂ ਹੈਗਾ ਤਾਂ ਕਿਸੇ ਲਾਗੇ ਹੋਰ ਕਿਸੇ ਕਸਬੇ ਜਾਂ ਸ਼ਹਿਰ ਦੀ ਜਿਹੜੀ ਮੰਡੀ ਹੈ ਉੱਥੇ ਆਦਿ ਜਿਨਸ ਜਾ ਕੇ ਫਰੋਖਤ ਕਰਦੇ ਆ। ਇਹਨਾਂ ਨਵੇਂ ਕਾਨੂੰਨਾਂ ਦੇ ਤਹਿਤ ਸਭ ਤੋਂ ਪਹਿਲੇ ਮੋਦੀ ਸਰਕਾਰ ਨੇ ਇਹ ਕਾਨੂੰਨ ਪਾਸ ਕੀਤਾ ਕਿ ਬਈ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ, ਬੜੀਆਂ ਕੰਪਨੀਆਂ ਜਿਹੜੀਆਂ ਹਨ, ਟਰਾਂਸਨੈਸ਼ਨਲ ਕੰਪਨੀਆਂ, ਕਿਉਂਕਿ ਹਿੰਦੁਸਤਾਨ ਦੀ ਸਰਮਾਇਆਦਾਰੀ ਜਿਹੜੀ ਹੈ ਉਹ ਹੋਰ ਖੂੰਖਾਰ ਹੁੰਦੀ ਜਾਂਦੀ ਹੈ, ਉਹਨੂੰ ਹੋਰ ਜ਼ਿਆਦਾ ਮੁਨਾਫਾ ਚਾਹੀਦਾ ਹੈ, ਉਹ ਆਵਾਮ ਦੀ ਹੋਰ ਜ਼ਿਆਦਾ ਛਿੱਲ ਪੜਨਾ ਚਾਹੁੰਦੇ ਆ। ਅਤੇ ਇਸ ਵਾਸਤੇ ਮਲਟੀਨੈਸ਼ਨਲ ਕੰਪਨੀਆਂ ਨੂੰ ਇਹ ਇਜਾਜ਼ਤ ਦਿੱਤੀ ਗਈ ਹੈ ਕਿ ਉਹ ਜਨਾਬ ਬਰਾਹ ਰਾਸਤ ਕਿਸਾਨਾਂ ਕੋਲੋਂ ਜਿਨਸ ਖਰੀਦਣ ਅਤੇ ਜ਼ਖੀਰਾ ਕਰਨ। ਯਾਨੀ ਕਿ ਪ੍ਰਾਈਵੇਟ ਕੰਪਨੀ, ਪ੍ਰਾਈਵੇਟ ਬੰਦਾ ਜਿਹਦੇ ਕੋਲ ਅਰਬਾਂ ਰੁਪਈਏ ਹੈ, ਉਹ ਜਿਹੜੇ ਭਾਅ 'ਤੇ ਮਰਜ਼ੀ ਜਿਹੜਾ ਹੈ ਜਿਨਸ ਖਰੀਦ ਕੇ ਜ਼ਖੀਰਾ ਕਰ ਸਕਦਾ। ਹਾਲਾਂਕਿ ਜ਼ਖੀਰੇ ਦੇ ਉੱਪਰ ਤੁਹਾਨੂੰ ਪਤਾ ਹੈ ਕਿ ਪਾਕਿਸਤਾਨ 'ਚ ਵੀ ਔਰ ਦੁਨੀਆ ਦੇ ਮੁਖਤਲਿਫ ਮੁਲਕਾਂ ਦੇ ਵਿੱਚ ਸਿਰਫ ਸਰਕਾਰ ਜਿਹੜੀ ਹੈ ਉਹ ਗੱਲਾ ਔਰ ਗੰਦਮ ਖਾਸ ਕਰ ਜਿਹੜੀ ਹੈ ਉਹ ਜ਼ਖੀਰਾ ਕਰ ਸਕਦੀ ਹੈ। ਅੱਛਾ, ਇਹ ਜਿਹੜਾ ਪ੍ਰਾਈਵੇਟ ਸੈਕਟਰ ਨੂੰ ਇਸ ਤਰ੍ਹਾਂ ਪ੍ਰਾਈਵੇਟ ਸੈਕਟਰ ਤੋਂ ਮੁਰਾਦ ਹੈ ਕਿ ਮਲਟੀਨੈਸ਼ਨਲ ਜਿਹੜੀਆਂ ਕੰਪਨੀਆਂ ਹਨ, ਉਹਨਾਂ ਦੇ ਆਉਣ ਨਾਲ ਕਿਸਾਨਾਂ ਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਸਾਨੂੰ ਇਹਦੀ ਕੀਮਤ ਜਿਹੜੀ ਹੈ, ਸਾਡੀ ਮਿਹਨਤ ਦੀ, ਸਾਡੀ ਜਿਨਸ ਦੀ ਸਾਡੀ ਕੀਮਤ ਸਾਨੂੰ ਉਸ ਤਰ੍ਹਾਂ ਨਹੀਂ ਮਿਲੇਗੀ। ਔਰ ਫਿਰ ਇਹਦੇ ਵਿੱਚ ਇਹ ਵੀ ਗੱਲ ਹੈ ਕਿ ਆਹਿਸਤਾ ਆਹਿਸਤਾ ਇੱਕ ਐਸੀ ਮੋਨੋਪਲੀ ਪੈਦਾ ਹੋ ਜਾਏਗੀ ਵੀ ਜਿਹਦੇ ਨਤੀਜੇ ਦੇ ਵਿੱਚ ਕਾਸ਼ਤਕਾਰ ਮਜਬੂਰ ਹੋਏਗਾ ਕਿ ਉਹ ਆਉਣੇ ਪਾਉਣੇ ਆਪਣੀ ਫਸਲ ਜਿਹੜੀ ਹੈ ਉਹ ਪ੍ਰਾਈਵੇਟ ਸੈਕਟਰ ਨੂੰ ਔਰ ਇਹਨਾਂ ਮਲਟੀਨੈਸ਼ਨਲ ਕੰਪਨੀਆਂ ਨੂੰ ਔਰ ਜਿਹੜੀਆਂ ਮਤਲਬ ਬਿਲੀਅਨੀਅਰ ਜਿਹੜੇ ਲੋਕ ਨੂੰ ਉਹਨਾਂ ਨੂੰ ਮਤਲਬ ਉਹ ਫਰੋਖਤ ਕਰੇ। ਔਰ ਮੰਡੀਆਂ ਖਤਮ ਹੋਣ ਤੋਂ ਬਾਅਦ ਜਿਹੜੀਆਂ ਬੜੀਆਂ ਕਾਰਪੋਰੇਸ਼ਨਾਂ ਹਨ ਉਹ ਮੰਡੀਆਂ 'ਤੇ ਵੀ ਕਬਜ਼ੇ ਕਰ ਲੈਣਗੀਆਂ। ਔਰ ਉਹਦੇ ਨਤੀਜੇ 'ਚ ਇਹ ਹੋਏਗਾ ਕਿ ਫਿਰ ਕਾਸ਼ਤਕਾਰ ਬਿਲਕੁਲ ਮਜਬੂਰ ਹੋ ਜਾਏਗਾ ਕਿ ਵੀ ਉਹ ਹੁਣ ਆਪਣੀ ਜਿਨਸ ਜਿਹੜੀ ਹੈ ਉਹ ਕਿੱਥੇ ਜਾ ਕੇ ਵੇਚੇ। ਜਿਸ ਤਰ੍ਹਾਂ ਅਸੀਂ ਇੱਥੇ ਮਤਲਬ ਉਹ ਦੇਖਦੇ ਹਾਂ ਕਿ ਵੀ ਦੁੱਧ ਦਾ ਜਿਸ ਤਰ੍ਹਾਂ ਸਾਡੇ ਮੁਲਕ 'ਚ ਖਾਸ ਕਰ ਪੰਜਾਬ ਦੇ ਵਿੱਚ ਜਿਹੜਾ ਕਾਰੋਬਾਰ ਹੁੰਦਾ ਹੈ ਕਿ ਨੈਸਲੇ ਔਰ ਕਈ ਮਲਟੀਨੈਸ਼ਨਲ ਕੰਪਨੀਆਂ ਵੀ ਦੁੱਧ ਦਾ ਕਾਰੋਬਾਰ ਕਰਦੀਆਂ ਨੇ ਔਰ ਉਹਦੇ ਤੋਂ ਅਰਬਾਂ ਰੁਪਈਆ ਕਮਾ ਕੇ ਤੇ ਮੁਲਕ ਤੋਂ ਬਾਹਰ ਲੈ ਜਾਂਦੀਆਂ ਨੂੰ। ਨੈਸਲੇ ਵਾਲੇ ਤੇ 100 ਅਰਬ ਰੁਪਈਆ ਇੱਥੋਂ ਦਾ ਹੀ ਪਾਣੀ ਦੇ ਉੱਤੇ ਉਹ ਬੋਤਲ ਬਣਾ ਕੇ ਤੇ ਉਹਨੂੰ ਜਿਹੜਾ ਹੈ ਉਹ ਫਿਲਟਰ ਕਰਕੇ ਤੇ ਉਹ ਵੇਚ ਕੇ ਤੇ 100 ਅਰਬ ਦੇ ਕਰੀਬ ਪੰਜਾਬ 'ਚੋਂ ਉਹ ਹਰ ਸਾਲ ਕਮਾਉਂਦੇ ਆ। ਇਸੇ ਤਰ੍ਹਾਂ
ਦੁੱਧ ਦੇ ਹੈ, ਲੇਕਿਨ ਦੁੱਧ ਜਿਹੜਾ ਹੈ ਉਹ ਇੱਕ ਆਮ ਆਦਮੀ ਵੀ ਦੁੱਧ ਜਿਹਨੂੰ ਅਸੀਂ ਦੁੱਧ ਹੀ ਕਹਿੰਦੇ ਹਾਂ, ਉਹ ਪਿੰਡਾਂ 'ਚੋਂ ਲੈ ਕੇ ਤੇ ਸ਼ਹਿਰਾਂ 'ਚ ਆ ਕੇ ਤੇ ਉਹ ਮਤਲਬ ਹੈ ਫਰੋਖਤ ਕਰਦੇ ਆ, ਔਰ ਕਾਰੋਬਾਰ ਜ਼ਿੰਦਗੀ ਜਾਰੀ ਹੈ। ਹਰ ਬੰਦਾ ਉਹ ਨੈਸਲੇ ਦਾ ਕਿਉਂ ਖਰੀਦੇ ਦੁੱਧ, ਜਿਹੜਾ ਪੈਕਟ 'ਚ ਹੈ, ਜਿਹੜਾ ਬੜਾ ਮਹਿੰਗਾ ਹੈ, ਔਰ ਜਿਹਦੇ 'ਚੋਂ ਕਰੀਮ ਕੱਢੀ ਹੁੰਦੀ ਹੈ, ਔਰ ਉਹਦੇ 'ਚੋਂ ਸਾਰੀ ਜਿਹੜੀ ਮਤਲਬ ਹੋਰ ਚੀਜ਼ਾਂ ਜਿਹੜੀਆਂ ਉਹਦੇ ਤੋਂ ਬਾਈ ਪ੍ਰੋਡਕਟ ਉਹਨਾਂ ਨੇ ਬਣਾਈਆਂ ਹੁੰਦੀਆਂ। ਅਤੇ ਅਗਰ ਸਾਡੇ ਮੁਲਕ 'ਚ ਇਹ ਪਾਬੰਦੀ ਲੱਗ ਜਾਏ ਜੀ, ਦੁੱਧ ਦੀ ਆधा ਕਾਰੋਬਾਰ ਬੰਦ ਕਰ ਦੇਣ, ਜਿਸ ਤਰ੍ਹਾਂ ਸਾਡੇ ਵੀ ਇੱਥੇ ਇਸ਼ਤਿਹਾਰ ਆ ਰਹੇ ਆ ਕਿ ਜੀ ਸਾਫ਼ दूध खरीदें, वो बड़ा अच्छा होता है, वो बड़ा ये होता है, वो होता है। टी वी पर ਦੇ ਉੱਤੇ ਤੁਸੀਂ ਇਸ਼ਤਿਹਾਰ ਜਿਹੜੇ ਹਨ ਉਹ ਤੁਸੀਂ ਵੇਖੇ ਹੋਣੇ ਕਿ ਸਾਫ਼ ਦੁੱਧ ਖਰੀਦੋ। ਇਹ ਮਲਟੀਨੈਸ਼ਨਲ ਕੰਪਨੀਆਂ ਦਾ ਜਾਲ ਹੈ। ਲੇਕਿਨ ਚੂੰਕਿ ਹਿੰਦੁਸਤਾਨ ਦੇ ਵਿੱਚ ਦੁੱਧ ਦਾ ਸਾਰੋਕਾਰ ਵੀ ਕਿਸਾਨਾਂ ਦੀ ਕੋਆਪਰੇਟਿਵ ਕਰਦੀ ਹੈ, ਉੱਥੇ ਕਿਸਾਨਾਂ ਨੇ ਆਦੀਆਂ ਤਨਜ਼ੀਮਾਂ ਦੇ ਜ਼ਰੀਏ ਕੋਆਪਰੇਟਿਵ ਕਰਕੇ ਮਲਟੀਨੈਸ਼ਨਲ ਕੰਪਨੀਆਂ ਦੀ ਛੁੱਟੀ ਕਰਾਈ ਹੋਈ ਹੈ, ਔਰ ਉਹਨਾਂ ਨੂੰ ਬਿਲਕੁਲ ਆਪਣੇ ਕਾਰੋਬਾਰ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਦੋਂ ਮੋਨੋਪਲੀ ਹੋ ਜਾਏਗੀ तो फिर ये कारोबार जोड़ा है ये साढ़े हाथ च नहीं रहेगा, असी गुलाम बन जाएंगे। तो इस यानी कि इस कानून के खिलाफ किसान तंजीमां ने एहतजाज शुरू किया, और पहले वो मांग करते रहे कि बई तुसी ये जोड़ा है इनू वापस लो, लेकिन मोदी सरकार बड़ी ढीठ किस्म की सरकार है, और उन्होंने ये कानून वापस लैन तो इनकार करता। तो फिर किसानों को एहतजाज तो इलावा कोई दूसरा रस्ता नहीं हुंदा। लेकिन चूँकि हिंदुस्तान दे विच और खासकर पंजाब हरियाणा दे विच किसानां दीयां तंजीमां और जथेबंदियां बहुत मजबूत हैं, और उन्हां दी लीडरशिप जिहड़ी है वो बड़ी ताकतवर है, लिहाजा उन्होंने पहले आम तौर पर एहतजाज किया, जलसा किया, जलूस किया, मुख्तलिफ शहरों दे विच किसान रैलियां कीतियां। लेकिन फिर भी जो मोदी सरकार ने ये तो टस तो मस ना हुई, तो फिर उन्होंने क्या भी हल्ला बोल दो दिल्ली से, चलो चलो दिल्ली चलो। ये जड़ा स्लोगन सी ये पंजाब हरियाणा और आंध्र प्रदेश और मुख्तलिफ सूबों के विच जड़ा बड़ा मकबूल हो गया, और लोग अपने ट्रैक्टर ट्रालियाँ, अपने गड्ढे रेड़े, हाँ जी, कोई स्कूटर, कोई मोटरसाइकिल, कोई कारां लैके तो वो जड़ा है ਲੱਖਾਂ ਦੇ ਹਿਸਾਬ 'ਚ ਇਸ ਵੇਲੇ ਦਿੱਲੀ ਦੇ ਇਰਦ ਗਿਰਦ ਜਿਹੜੇ ਕਿਸਾਨ ਹਨ ਉਹਨਾਂ ਦੇ ਧਰਨੇ ਜਾਰੀ ਹੈ। ਇਹ ਦੇਖੋ ਜ਼ਰਾ, ਇਹ ਇੱਕ ਮਤਲਬ ਦਿੱਲੀ ਦੇ ਬਾਹਰ, ਕਿਉਂਕਿ ਉਹਨਾਂ ਨੇ ਕਿਹਾ ਜੀ ਤੁਸੀਂ ਦਿੱਲੀ 'ਚ ਵੜ ਨਹੀਂ ਸਕਦੇ, ਕਿਸੇ ਗਰਾਊਂਡ ਜਿਹੇ 'ਚ ਚਲੇ ਜਾਓ ਤੇ ਉੱਥੇ ਜਾ ਕੇ ਆਦਾ ਇਤਜਾਜ ਕਰ ਲਓ। ਲੇਕਿਨ ਉਹਨਾਂ ਕਿਹਾ ਨਹੀਂ, ਅਸੀਂ ਤਾਂ ਕਿਸੇ ਗਰਾਊਂਡ 'ਚ ਨਹੀਂ ਜਾਣਾ। ਇਹ ਦੇਖੋ ਦਿੱਲੀ ਦੇ ਬੂਹੇ ਅੱਗੇ ਜਿਹੜਾ ਕਿਸਾਨਾਂ ਦਾ ਇਹਦੀ ਇੱਕ ਬਹੁਤ ਬੜੀ ਜਲੂਸ या रैली है, वो किहड़े जज्बे नाल और हिम्मत नाल और ताकत नाल मोदी सरकार नूं ललकार रहे हैं। अच्छा, जिस तरह मैं देखा तुसीं कि बई ये किड्डी जोश और जज्बे नाल पंजाबी जिहड़े हा वो अपने हक वास्ते दिल्ली सरकार नूं घेर रहे आ, ते ये जिहड़े यानी कि हिंदुस्तान दी पार्लीमेंट ने सितंबर के महीने तो ये काम शुरू किया, और 3 बिल जिहड़े मुतारफ कराए, जिस तरह मैं पहले अर्ज किया। इनू कहते नू कि भी जरी पैदावार तिजारत ते कामर्स का कानून 2020। अच्छा, यानी कि इनू तुसी पंजाब दे विच तुसी ये वेखो कि चढ़दे पंजाब दे विच किसान अपना बीज आप बनांदा है, और बड़ी अच्छी खेती करता है, और लेकिन चूँकि ज़मीनां बहुत थोड़ियां नूं उत्थे पंजाब वाहद हिंदुस्तान का सूबा भी जिथे 1947 तो बाद चूँकि कांग्रेस की सरकार सी, और उन्होंने बाकी तो किसी सूबे दे विच जरी सलाहत मुतारफ नहीं कराइयां, लेकिन चढ़ते पंजाब दे विच जिहड़े लोग भी इधरों महाजर हो के गए, शरणार्थी हो के गए, उन्होंने कहा कि तुसीं 14 किले ले लो, बाकी पैसे पूसे ले लो। मसला ये सी भी पंजाबी एक मार्शल कौम है, और इन्हों ज़रा डंडे थले रखो ताकि सानू साडी ताकत नूं जिहड़ा है वो चैलेंज ना किया जा सके।
तो पहला कानून जिहड़ा है वो है ज़री पैदावार ते कामर्स का 2020 कानून। दूसरा का कानून है किसान इंप्रूवमेंट और प्रोटेक्शन ज़री सर्विसेज कानून 2020। और तीसरे कानून का नाम है ज़रूरी अशिया तरमीमी कानून। अच्छा, हुण ज़रूरी अशिया तरमीमी कानून के तहत तुसीं ये वेखो कि जिहड़ियां बुनियादी ज़रूरत दियां इंसान दियां चीज़ां हैं वो सरकार कह रही है, मोदी सरकार, कि दालां ते गंढे ते मतलब प्याज ते इस तरह दियां जितनियां भी चीज़ां हैं इन्हां नूं जनाब तुसीं ज़रूरी अशिया दी मद चों बाहर कढ दिओ, यानी कि बंदे की लोड़ ही नहीं। इहदा मकसद ये है कि बई ये जदों बुनियादी लोड़ तो ये चीज़ां सब्जियां और इस तरह दियां दालां वगैरह ये बाहर निकलणगियां तो फिर मल्टीनैशनल कंपनियों का राज होएगा और सरकार जिहड़ी इहदे ते कोई सबसिडी दिंदी है और सरकार ते एक दबाव हुंदा सियासी जमातां दा और आवाम दा कि बई खंड, चीनी और गुड़ और आटा और दालां और सब्जियां और घ्यो यह सारिया चीज़ां सस्तियां करो, क्योंकि ये सारिया ज़रूरतां ये मतलब है इंसान दियां बुनियादी लोड़ां हैं। इस वास्ते ये सस्तियां होनी चाहिए। और जदों रियासत टैक्स लैंदी है, खरबां रुपये का टैक्स लैके खजाना भरदी, ये इन्हां दे प्यो दा वो पैसा जिहड़ा बजट के जरिए जिहड़ा है वो उहदा वरतारा हुंदा है मुख्तलिफ सैक्शन दे विच, दिफा दे विच ते ज़राअत दे विच, तालीम और सेहत वगैरह दे विच, वो सारा पैसा लोकां दा हुंदा है। रियासत तो एक मतलब है भी वो तो एक टैक्स कलैक्टर है। अच्छा, वो जिहड़ा यानी कि लोकां दा पैसा है बई वो अगर तुसी सबसिडी देनी तो तुसी वो बदमाश सरमायादारां नूं क्यों सबसिडी देंदे हो? तुसी सबसिडी उन्हां चीज़ां ते दो जिहड़ियां बुनियादी लोड़ दियां चीज़ां हैं। अच्छा, ये यानी कि ये है तीसरा कानून। अच्छा, ये उहदे लई फिर कई बहाने मोदी सरकार के जी माहौलियात नूं बड़ा खतरा है। मसलन तुसी ये वेखो वो यानी कि इन्हां कानून दे विच कि जिहड़ा बंदा मसलन किसी ने कोई एक किला जिहड़ा वो धानियां दा बीजा है, चावल बीजा है, या 4 कनाल बीजा है या 2 कनाल बीजा है, इस इन्हां कवानीन दे विच ये गल भी शामिल है कि भी अगर वो जिहड़ी पराली है उन्होंने वो अग लाएगा तो उन्होंने करोड़ रुपये तक जुर्माना हो सकता है, उन्होंने जेल हो सकती है। इस तरह के जिहड़े ये सारे कवानीन हैं ये खिलाफ जिहड़ा है पंजाब दे जवान किसानां दा, पंजाब दियां किसान तंजीमां दा जिहड़ा एहतजाज है, इहदी हर दुनिया के मुल्क इहदी हिमायत हो रही है। लंदन दे विच हज़ारां लोग इहदे हक च, किसानां दे हक च सड़कां ते आ गया। उन्होंने हिंदुस्तान के सफारतखाने नूं, कौंसलेट ऑफिस नूं घेरा पाया होया, हज़ारां के हिसाब, ट्रैफिकां जाम हो गई। और कनेडा के वज़ीर आज़म ने इसकी बड़ी हिमायत की है। होर दुनिया के मुख्तलिफ जिहड़े मुल्क नूं उन्होंने बड़ी हिमायत की है। दुनिया दी मुख्तलिफ जिहड़ियां सियासी जमातां हैं वो इहदियां बढ़ चढ़ के हिमायत कर रही नूं। आस्ट्रेलिया की कम्यूनिस्ट पार्टी ने बड़ी वड्डी हिमायत का ऐलान किया और रैली की है उत्थे पंजाब के किसानां दे हक दे विच। पाकिस्तान च भी मैं पढ़िया भी एक पार्टी अवामी वर्कर पार्टी ने जिहड़ा है वो इहदी हिमायत का ऐलान किया और कई किसान तंजीमां ने। लेकिन साडी सरकार जिहड़ी है ये ऐसी झूठ सरकार है कि इनू ये वैसे हर चीज़ हिंदुस्तान दे और मोदी सरकार के खिलाफ जिहड़ा है वो कोई भी मसला होवे और तो वो जनाब असी आदि खारजा पॉलिसी भी हिंदुस्तान के नाल बनी हुई है, असी मुआशी पॉलिसी भी हिंदुस्तान नाल बनी हुई है, साडा उहदे नाल शरीका हैगा, साडी सियासी पॉलिसी भी उहदे नाल बनी हुई है। लेकिन ये बड़े अफसोस का मुकाम है कि बई पाकिस्तान की सरकार जिहड़ी है उन्होंने चढ़ते पंजाब के किसानों की अखलाकी मदद करनी चाहिए है। लेकिन ये इस वास्ते नहीं करते क्योंकि ये तो आधे किसान नूं मार रहे आ तो इन्होंने उन्होंने बेचारियां की की मतलब अखलाकी इमदाद करनी। तो इस वास्ते सारी दुनिया दे विच जिहड़ियां शहरी तंजीमां नूं, इंसानी हक्कां दीयां तंजीमां नूं, सियासी जमातां नूं, तबकाती तंजीमां नूं वो चढ़ते पंजाब के किसानां दी जिहड़ी लहर है, जिहड़ी जदोजहद है,
ਉਹਦੀ ਹਿਮਾਇਤ ਕਰਨੀਆਂ ਨੂੰ। ਔਰ ਇਹ ਯਕੀਨਨ ਮੋਦੀ ਸਰਕਾਰ ਨੂੰ ਵਿਡਰਾ ਕਰਨਾ ਪਏਗਾ, ਮੋਦੀ ਸਰਕਾਰ ਨੂੰ ਮੁਜ਼ਾਕਰਾਤ ਕਰਨੇ ਪੈਣਗੇ। ਅਜੇ ਤੱਕ ਤੇ ਕਿਸਾਨਾਂ ਨੇ ਜਿਹੜਾ ਮੁਜ਼ਾਕਰਾਤ ਤੋਂ ਇਨਕਾਰ ਕਰਤਾ ਹੈ ਔਰ ਉਹਨਾਂ ਨੇ ਕਿਹਾ ਜੀ ਕਿ ਅਸੀਂ ਇਹ ਕੋਈ ਮੁਜ਼ਾਕਰਾਤ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਇਹ ਕਾਨੂੰਨ ਜਿਹੜੇ ਆ ਇਹ ਸਰਕਾਰ ਵਾਪਸ ਨਹੀਂ ਲੈਂਦੀ। ਹਿੰਦੁਸਤਾਨ ਦੀ ਇੱਕ ਬੜਾ ਵੱਡਾ ਐਗਰੀਕਲਚਰਿਸਟ ਹੈ, ਐਗਰੀਕਲਚਰ ਮਾਹਿਰ ਹੈ, ਉਹਨੇ ਕੱਲ੍ਹ ਇਹ ਬੜਾ ਸ਼ਾਨਦਾਰ ਇੱਕ ਮਜ਼ਮੂਨ ਲਿਖਿਆ ਹੈ ਕਿ ਉਹਨੇ ਕਿਹਾ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਮਲਟੀਨੈਸ਼ਨਲ ਕੰਪਨੀਆਂ ਦਾ ਔਰ ਬੜੀਆਂ ਬੜੀਆਂ ਕਾਰਪੋਰੇਸ਼ਨਸ ਔਰ ਟਰਾਂਸ ਕਾਰਪੋਰੇਸ਼ਨ ਦਾ ਅਮਲ ਦਖਲ ਜ਼ਰਾਤ ਦੇ ਵਿੱਚ ਆਇਆ ਹੈ, ਉਹਦੇ ਬੜੇ ਮੰਨਫੀ ਅਸਰਾਤ ਹੋਏ ਆ। ਉਹਦੇ ਨਤੀਜੇ ਦੇ ਵਿੱਚ ਜ਼ਰੀ ਪੈਦਾਵਾਰ ਕਮ ਹੋ ਗਈ ਔਰ ਮੋਨੋਪਲੀਜ਼ ਮਤਲਬ ਹੈ ਉਹ ਪੈਦਾ ਹੋ ਗਈਆਂ ਔਰ ਇਹ ਮੋਨੋਪਲੀਜ਼ ਜਿਹੜੀਆਂ ਹਨ ਇਹ ਆਵਾਮ ਦਾ ਗਲਾ ਘੁੱਟਣ ਦੇ ਵਿੱਚ ਬੁਨਿਆਦੀ ਕਿਰਦਾਰ ਅਦਾ ਕਰਦੀਆਂ ਨੇ। ਔਰ ਅੱਜ ਦੀ ਜਿਹੜੀ ਸਰਮਾਇਆਦਾਰ ਦੁਨੀਆ ਹੈ ਉਹ ਹਿੰਦੁਸਤਾਨ ਹੋਵੇ, ਉਹ ਪਾਕਿਸਤਾਨ ਹੋਵੇ, ਕੋਈ ਹੋਰ ਮੁਲਕ ਹੋਵੇ, ਅਮਰੀਕਾ ਬਰਤਾਨੀਆ ਹੋਵੇ, ਉਹ ਸਾਰੀ ਦੁਨੀਆ ਦੇ ਵਿੱਚ ਮਲਟੀਨੈਸ਼ਨਲ ਜਿਹੜੀਆਂ ਕੰਪਨੀਆਂ ਹਨ ਉਹਨਾਂ ਦਾ ਰਾਜ ਹੈ ਔਰ ਮੋਨੋਪਲੀਜ਼ ਮਤਲਬ ਮਿਸਾਲ ਦੇ ਤੌਰ 'ਤੇ ਪਾਕਿਸਤਾਨ ਦੇ ਵਿੱਚ ਜਿੰਨੀ ਦੇਰ ਤੱਕ ਪਬਲਿਕ ਸੈਕਟਰ ਔਰ ਪ੍ਰਾਈਵੇਟ ਸੈਕਟਰ ਇਕੱਠਾ ਚੱਲਦਾ ਸੀ, ਯਾਨੀ ਕਿ ਘਿਓ ਦੇ, ਚੀਨੀ ਦੇ, ਸੀਮੈਂਟ ਦੇ ਸਰਕਾਰੀ ਕਾਰਖਾਨੇ ਵੀ ਮੌਜੂਦ ਸਨ ਔਰ ਪ੍ਰਾਈਵੇਟ ਕਾਰਖਾਨੇ ਵੀ ਮੌਜੂਦ ਸਨ। ਉਹਦਾ ਨਤੀਜਾ ਇਹ ਸੀ ਵੀ ਇੱਕ ਕੰਪੀਟੀਸ਼ਨ ਸੀ ਔਰ ਕੰਪੀਟੀਸ਼ਨ ਦੋ ਤਿੰਨ ਗੱਲਾਂ ਦਾ ਸੀ। ਇੱਕ ਤਾਂ ਸੀ ਕੁਆਲਿਟੀ ਦਾ ਕਿ ਸਰਮਾਇਆਦਾਰ ਨੂੰ ਪਤਾ ਸੀ ਕਿ ਮੈਂ ਅਗਰ ਕੁਆਲਿਟੀ ਜਿਹੜੀ ਹੈ ਇਸ ਪ੍ਰੋਡਕਟ ਦੀ, ਚੀਨੀ ਹੈ, ਘਿਓ ਹੈ, ਇਹਦੀ ਸਹੀ ਮੈਂ ਕੁਆਲਿਟੀ ਨਹੀਂ ਰੱਖਾਂਗਾ ਤਾਂ ਉਹਨੂੰ ਸਰਕਾਰ ਦੇ ਕਾਰਖਾਨੇ ਦਾ ਮਾਲ ਆਏਗਾ ਅਤੇ ਮੇਰਾ ਮਾਲ ਫਰੋਖਤ ਨਹੀਂ ਹੋਏਗਾ। ਦੂਸਰੀ ਗੱਲ ਇਹ ਸੀ ਕੀਮਤਾਂ 'ਤੇ ਕੰਟਰੋਲ ਰਹਿੰਦਾ ਸੀ ਇਸ ਮੁਕਾਬਲੇ ਦੀ ਫਿਜ਼ਾ ਦੇ ਵਿੱਚ ਕਿ ਪ੍ਰਾਈਵੇਟ ਸੈਕਟਰ ਨੂੰ ਇਹ ਪਤਾ ਹੁੰਦਾ ਸੀ ਕਿ ਵੀ ਸਰਕਾਰੀ ਮਾਲ ਆਏਗਾ, ਚੀਨੀ, ਘਿਓ ਔਰ ਦੂਸਰੀਆਂ ਜਿਹੜੀਆਂ ਚੀਜ਼ਾਂ ਹਨ ਔਰ ਉਹ ਇਸ ਰੇਟ 'ਤੇ ਹੋਣਗੀਆਂ। ਅਗਰ ਮੇਰਾ ਰੇਟ ਜ਼ਿਆਦਾ ਹੋਏਗਾ ਤਾਂ ਮੇਰਾ ਘਿਓ, ਚੀਨੀ ਜਾਂ ਸੀਮੈਂਟ ਵਗੈਰਾ ਜਾਂ ਆਟਾ ਜਿਹੜਾ ਹੈ ਉਹ ਮਤਲਬ ਕਿੰਨੇ ਖਰੀਦਣਾ ਹੈ। ਲੇਕਿਨ ਇਹ ਇਸੇ ਤਰ੍ਹਾਂ ਦੀ ਪਾਲਿਸੀਆਂ ਇਖਤਿਆਰ ਕਰਕੇ ਪ੍ਰਾਈਵੇਟਾਈਜੇਸ਼ਨ ਹੋਈ ਪਾਕਿਸਤਾਨ ਦੇ ਵਿੱਚ, ਜਿਸ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਇਹ ਇੱਕ ਤਰ੍ਹਾਂ ਦੀ ਮੰਡੀਆਂ ਦੀ ਪ੍ਰਾਈਵੇਟਾਈਜੇਸ਼ਨ ਔਰ ਮਲਟੀਨੈਸ਼ਨਲ ਕੰਪਨੀਆਂ ਨੂੰ ਜ਼ਰਾਤ ਦੇ ਉੱਪਰ ਕਬਜ਼ਾ ਕਰਨ ਦੇ ਇਹ ਕਾਨੂੰਨ ਜਿਹੜੇ ਬਣਾਏ ਗਏ ਆ। ਪਾਕਿਸਤਾਨ ਦੇ ਵਿੱਚ ਹੁਣ ਤਮਾਮ ਪ੍ਰਾਈਵੇਟ ਸੈਕਟਰ 'ਚ ਆ ਗਿਆ, ਤਮਾਮ ਘਿਓ ਦੇ ਕਾਰਖਾਨੇ ਪ੍ਰਾਈਵੇਟ ਸੈਕਟਰ, ਘੀ ਉਹਨਾਂ ਨੇ ਆਦੀ ਯੂਨੀਅਨ ਬਣਾਈ ਹੋਈ ਹੈ, ਸੀਮੈਂਟ ਦੇ ਤਮਾਮ ਕਾਰਖਾਨੇ ਸੀਮੈਂਟ ਕਾਰਪੋਰੇਸ਼ਨ ਦੇ ਕੰਟਰੋਲ 'ਚ ਆ ਜਿਹੜੀ ਪ੍ਰਾਈਵੇਟਾਂ ਨੇ ਬਣਾਈ ਹੋਈ ਹੈ। ਔਰ ਇਸੇ ਤਰ੍ਹਾਂ ਚੀਨੀ ਆ ਸ਼ੂਗਰ ਮਿਲ ਐਸੋਸੀਏਸ਼ਨ ਉਹਨਾਂ ਨੇ ਬਣਾਈ ਹੋਈ ਹੈ। ਉਹਦਾ ਨਤੀਜਾ ਕੀ ਹੈ ਵੀ ਜਦੋਂ ਮੋਨੋਪਲੀ ਪੈਦਾ ਹੋ ਜਾਂਦੀ ਆ, ਇਜਾਰਾਦਾਰੀ ਪੈਦਾ ਹੋ ਜਾਂਦੀ ਆ, ਤੇ ਫਿਰ ਜਿਹੜਾ ਹੈ ਉਹ ਚੀਨੀ ਜਿਸ ਭਾਅ ਮਰਜ਼ੀ ਵੇਚਣ, ਸੀਮੈਂਟ ਜਿਸ ਭਾਅ ਮਰਜ਼ੀ ਵੇਚਣ, ਮੁਕਾਬਲਾ ਤਾਂ ਹੈ ਕੋਈ ਨਹੀਂ। ਮੁਕਾਬਲਾ ਤਾਂ ਉਹਨਾਂ ਦਾ ਆਪਸ ਵਿੱਚ ਹੋਣਾ ਸੀ, ਉਹਨਾਂ ਨੇ ਪੂਲ ਕਰ ਲਿਆ, ਉਹਨਾਂ ਨੇ ਇੱਕ ਐਸੋਸੀਏਸ਼ਨ ਬਣਾ ਲਈ, ਆਦਿ ਇੱਕ ਤਨਜ਼ੀਮ ਬਣਾ ਲਈ ਕਿ ਭਾਈ ਸਾਰੇ ਮਿਲ ਕੇ ਲੁੱਟੋ। ਤੇ ਇਸੇ ਤਰ੍ਹਾਂ ਜਿਹੜਾ ਸੀ ਮਤਲਬ ਇਹ ਘਿਓ ਨਾਲ ਹੋਇਆ ਕਿ ਕਿੰਨੀ ਮਹਿੰਗਾਈ ਹੋ ਗਈ ਪਾਕਿਸਤਾਨ ਦੇ ਵਿੱਚ। ਸੋ ਇਹੋ ਹੀ ਸੂਰਤ ਹਾਲ ਹੈ। ਮਿਸਾਲ ਮੈਂ ਇਸ ਵਾਸਤੇ ਦਿੱਤੀ ਕਿ ਚੂੰਕਿ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦਾ ਮਜ਼ਦੂਰ, ਹਿੰਦੁਸਤਾਨ ਦਾ ਕਿਸਾਨ, ਹਿੰਦੁਸਤਾਨ ਦੀਆਂ ਸਿਆਸੀ ਜਮਾਤਾਂ ਪਾਕਿਸਤਾਨ ਤੋਂ ਬਹੁਤ ਅੱਗੇ ਨੂੰ, ਉਹ ਆਉਣ ਵਾਲੀਆਂ ਪਾਲਿਸੀਆਂ ਦੇ ਨੁਕਸਾਨਾਤ ਦੇਖ ਰਹੇ ਹੁੰਦੇ ਨੂੰ, ਲਿਹਾਜ਼ਾ ਉੱਥੇ ਜਦੋਜਹਿਦ ਪਾਕਿਸਤਾਨ ਦੀ ਨਿਸਬਤ ਬਹੁਤ ਜ਼ਿਆਦਾ ਅੱਗੇ ਹੈ। ਲਿਹਾਜ਼ਾ ਇਹ ਜਿਹੜਾ ਧਰੋ ਪੰਜਾਬ, ਹਰਿਆਣਾ ਔਰ ਹਿੰਦੁਸਤਾਨ ਦੇ ਕਿਸਾਨਾਂ ਨਾਲ ਹੋ ਰਿਹਾ ਉਹਦੇ ਖਿਲਾਫ ਕਿਸਾਨ ਜਿਹੜੇ ਆ ਉਹ ਮੈਦਾਨ 'ਚ ਆ ਗਿਆ। ਔਰ ਅਸੀਂ ਪਾਕਿਸਤਾਨ ਦੇ ਲੋਕ ਔਰ ਇਹ ਪੋਲੀਟੀਕਲ TV ਚੈਨਲ ਸਾਡਾ ਔਰ ਇੱਥੋਂ ਦੇ ਜਿਹੜੇ ਮਜ਼ਦੂਰ ਆ, ਜਿਹੜੇ ਕਿਸਾਨ ਆ, ਉਹ ਇਸ ਸਾਰੀ ਜਦੋਜਹਿਦ ਦੇ ਵਿੱਚ ਮਸ਼ਰਕੀ ਪੰਜਾਬ ਦੇ ਕਿਸਾਨਾਂ ਦੇ ਨਾਲ ਹਨ। ਅਤੇ ਇਹਦੇ ਨਾਲ ਹੀ ਅੱਲਾ ਹਾਫਿਜ਼। ਅਤੇ ਇਹ ਆਖਰੀ ਕਲਿੱਪ ਬੜਾ ਸ਼ਾਨਦਾਰ ਹੈ, ਕਿਸ ਤਰ੍ਹਾਂ ਇੱਕ ਪੰਜਾਬੀ ਲੀਡਰ ਜਿਹੜਾ ਹੈ ਉਹ ਮੋਦੀ ਸਰਕਾਰ ਨੂੰ ਲਲਕਾਰ ਰਿਹਾ ਹੈ। ਇਹਨੂੰ ਜ਼ਰੂਰ ਦੇਖੋ। ਰੱਬ ਰਾਖਾ। ਨਹੀਂ, ਅਜੇ ਮੜਕ ਭੰਨੀ ਜਾਊਗੀ, ਬਿੱਲ ਪਾੜ ਕੇ ਤੁਹਾਡੀ ਝੋਲੀ 'ਚ ਪਾ ਕੇ ਜਾਣਾ। ਇੱਕ ਵੀ ਸ਼ਰਤ ਮਨਜ਼ੂਰ ਨਹੀਂ ਹੈ, ਜਿੱਥੇ ਮਰਜ਼ੀ ਭੱਜ ਲਿਓ, ਕੱਟਾ ਕੱਢੀ ਕੱਢਣੀ ਹੈ, ਜਦ ਮਰਜ਼ੀ ਆ ਜਿਓ। ਜੇ ਤੁਹਾਡੀ ਮਰਜ਼ੀ ਹੈ, ਸੈਂਟਰ ਸਰਕਾਰੋਂ ਭਾਵੇਂ ਫੌਜ ਲਿਆਓ, ਭਾਵੇਂ ਤੁਸੀਂ CRP ਲਿਆਓ, ਭਾਵੇਂ BSF ਲਿਆਓ, ਲਾਓ ਇੱਥੇ ਆਪਦੀਆਂ ਮਸ਼ੀਨ ਗਨਾਂ ਤੇ ਟੈਂਕਾਂ। ਤੁਹਾਨੂੰ ਦੱਸਾਂਗੇ ਵੀ ਪੰਜਾਬ ਦੇ ਬੰਦੇ ਕਿਹੜੀ ਖੂਨ ਤੇ ਕਿਹੜੀ ਮਿੱਟੀ ਤੇ ਬਣੇ ਹੋਏ ਆ।